ਸਵਾਗਤ ਹੈ ਜੀ ਸਾਡੇ ਸਾਰੇ ਦਰਸ਼ਕਾਂ ਦਾ। ਮੈਂ ਹਾਂ ਅਮਨਪ੍ਰੀਤ ਸਿੰਘ ਤੇ ਖਾਸ ਪ੍ਰੋਗਰਾਮ ਗੂੰਜਾਂ ਸਿੱਖ ਵਿਰਸਿਆਂ ਦੇ ਲੈ ਕੇ ਆਪ ਸਭ ਦੇ ਨਾਲ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ। ਤੁਹਾਨੂੰ ਦੱਸ ਦਈਏ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਕਮੇਟੀ ਸਥਾਪਿਤ ਹੋਣ ਤੋਂ ਬਾਅਦ ਕਈ ਅਜਿਹੇ ਫੈਸਲੇ ਲਏ ਗਏ ਨੇ ਦਿੱਲੀ ਕਮੇਟੀ ਦੇ ਵੱਲੋਂ ਜੋ ਸੰਗਤਾਂ ਦੇ ਹਿੱਤ ਦੇ ਵਿੱਚ ਵੀ ਨੇ, ਅਤੇ ਕਈ ਅਜਿਹੇ ਫੈਸਲੇ ਵੀ ਨੇ ਜੋ ਦਿੱਲੀ ਕਮੇਟੀ ਪਹਿਲਾਂ ਵਿਚਾਰ ਅਧੀਨ ਸਨ ਤੇ ਹੁਣ ਉਹ ਪ੍ਰਵਾਨ ਕਰ ਲਏ ਗਏ ਨੇ। ਸਾਡੇ ਨਾਲ ਇਸ ਵੇਲੇ ਮੌਜੂਦ ਨੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ ਕੇ, ਉਹਨਾਂ ਤੋਂ ਜਾਣਦੇ ਹਾਂ। ਪ੍ਰਧਾਨ ਸਾਹਿਬ, ਪਹਿਲਾਂ ਤਾਂ ਤੁਹਾਡਾ ਧੰਨਵਾਦ ਕਿ ਦਿੱਲੀ ਦੀਆਂ ਸਰਗਰਮੀਆਂ ਤੋਂ ਤੁਸੀਂ ਥੋੜਾ ਸਮਾਂ ਕੱਢ ਕੇ ਸਾਨੂੰ ਦਿੱਤਾ। ਦਿੱਲੀ ਕਮੇਟੀ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਕਈ ਐਲਾਨ ਕੀਤੇ ਨੇ ਤੇ ਨਾਲ ਹੀ ਇੱਕ ਗੁਰਦੁਆਰਾ ਸਾਹਿਬ ਵੀ ਸੰਗਤਾਂ ਨੂੰ ਦੱਸਿਆ ਕਿ ਇੱਕ ਗੁਰਦੁਆਰਾ ਅਜਿਹਾ ਵੀ ਹੈ ਜੋ ਯੂਪੀ ਦੇ ਵਿੱਚ ਬਣ ਸਕਦਾ ਹੈ। ਦਿੱਲੀ ਕਮੇਟੀ ਉਹਦੇ ਲਈ ਸੰਘਰਸ਼ ਕਰ ਰਹੀ ਹੈ। ਕੀ ਹੈ ਪੂਰਾ ਮੁੱਦਾ, ਜੇਕਰ ਸੰਗਤਾਂ ਨੂੰ ਦੱਸ ਸਕੋ। ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹਰਿਦੁਆਰ ਹਰ ਕੀ ਪੌੜੀ ਤੇ, ਜਿੱਥੇ ਬਹੁਤ ਮਸ਼ਹੂਰ ਸਾਖੀ ਗੁਰੂ ਨਾਨਕ ਪਾਤਸ਼ਾਹ ਦੀ ਜਦੋਂ ਪਹਿਲੀ ਉਦਾਸੀ ਤੇ ਨਿਕਲੇ ਸੀ, ਗੁਰੂ ਨਾਨਕ ਪਾਤਸ਼ਾਹ ਕੁਰੂਕਸ਼ੇਤਰ ਹੁੰਦੇ ਹੋਏ ਹਰਿਦੁਆਰ ਗਏ ਸੀ ਔਰ ਉੱਥੇ ਉਹਨਾਂ ਨੇ ਦੇਖਿਆ ਕਿ ਲੋਕੀ ਸੂਰਜ ਨੂੰ ਪਾਣੀ ਦੇ ਰਹੇ ਸੀ ਔਰ ਪੁੱਠੇ ਪਾਸੇ ਪਾਣੀ ਦੇਣ ਲੱਗ ਪਏ। ਸਾਖੀ ਸਭ ਨੂੰ ਪਤਾ। ਉਹ ਸਥਾਨ ਸਾਡਾ ਸੀਗਾ 1979 'ਚ। ਉੱਥੇ ਭਗਦੜ ਮਚੀ ਕੁੰਭ ਦੇ ਮੇਲੇ 'ਚ 45 ਲੋਕ ਮਰ ਗਏ। ਐਡਮਿਨਿਸਟ੍ਰੇਸ਼ਨ ਨੇ, ਗਵਰਨਮੈਂਟ ਨੇ ਸਾਰੀ ਆਲੇ ਪਾਸੇ ਦੀ ਜਗ੍ਹਾ ਐਕਵਾਇਰ ਕਰਕੇ ਮਕਾਨ ਜਾਂ ਜੋ ਕੁਝ ਸੀਗਾ ਸਟਰਕਚਰ ਢਾਹ ਦਿੱਤੇ ਗਏ ਔਰ ਉਹਦੇ ਬਾਅਦ ਉਹ ਜਗ੍ਹਾ ਸਾਨੂੰ ਮਿਲੀ ਨਹੀਂ। ਉੱਥੇ ਛੋਟਾ ਜਿਹਾ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਸੀ, ਸ਼ਾਇਦ 15x10 ਜਾਂ 20x10, ਐਗਜ਼ੈਕਟ ਸਾਈਜ਼ ਨਹੀਂ ਪਤਾ, ਪੁਰਾਣੀ ਗੱਲ ਹੋ ਗਈ। ਕਿਸੇ ਨੇ ਕਲੇਮ ਨਹੀਂ ਕੀਤਾ। 1984 'ਚ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਦੀ ਜਗ੍ਹਾ ਹੈਗੀ ਕਲੇਮ ਕਰਨ, ਸਾਡੇ 'ਚੋਂ ਕਿਸੇ ਨੇ ਕਲੇਮ ਨਹੀਂ ਕੀਤਾ। 84 ਜੋ ਹਾਲਾਤ ਸੀਗੇ, ਹੁਣ ਸਰਕਾਰ ਦੇਣ ਨੂੰ ਤਿਆਰ ਨਹੀਂ। ਅਸੀਂ ਇੱਕ ਮੁਹਿੰਮ ਸ਼ੁਰੂ ਕਰਨ ਜਾ ਰਹੇ ਹਾਂ। ਸਾਡੀਆਂ ਟੀਮਾਂ ਆਲਰੇਡੀ ਉੱਤਰਾਖੰਡ ਗਈਆਂ ਹੋਈਆਂ, ਕਿਉਂਕਿ ਯੂਪੀ ਗਵਰਨਮੈਂਟ, ਉੱਤਰਾਖੰਡ ਔਰ ਜਿਹੜੀ ਮੋਦੀ ਸਰਕਾਰ ਹੈ, ਅਸੀਂ ਇਸ ਨੂੰ ਵੀ ਅਪਰੋਚ ਕਰਾਂਗੇ ਔਰ ਅਸੀਂ ਸ਼ਾਂਤਮਈ ਤਰੀਕੇ ਨਾਲ ਕਰਨਾ ਚਾਹੁੰਦੇ ਹਾਂ। ਜੋ ਸਾਡਾ ਹੱਕ ਬਣਦਾ ਉਹ ਮਿਲਣਾ ਚਾਹੀਦਾ ਹੈ। ਸਾਡੀ ਸਿਰਫ ਇੰਨੀ ਗੱਲ ਹੈ ਕਿ ਅਸੀਂ ਰੋਜ਼ ਅਰਦਾਸ ਪੜ੍ਹਦੇ ਹਾਂ ਕਿ ਜਿਹੜੇ ਗੁਰਦੁਆਰੇ ਗੁਰਧਾਮ ਪੰਥ ਤੋਂ ਵਿਛੋੜੇ ਗਏ, ਖੁੱਲ੍ਹੇ ਦਰਸ਼ਨ ਦੀ ਦਾਰੇ ਬਖਸ਼ੋ। ਲੇਕਿਨ ਜਿਹੜਾ ਹਿੰਦੁਸਤਾਨ 'ਚ ਸਾਡਾ ਸਥਾਨ ਸਾਡੇ ਤੋਂ ਲਿਆ ਗਿਆ, ਉਹ ਸਾਡਾ ਹੱਕ ਬਣਦਾ ਹੈ। ਅੱਜ ਬਹੁਤ ਵੱਡੀ ਲੜਾਈ ਚੱਲਦੀ ਪਈ ਹੈ ਕਿ ਬਾਬਰੀ ਮਸਜਿਦ ਦੀ ਜਗ੍ਹਾ 'ਤੇ ਰਾਮ ਜਨਮ ਭੂਮੀ ਹੈ, ਰਾਮ ਮੰਦਰ ਹੋਣਾ ਚਾਹੀਦਾ ਹੈ। ਲੌਜੀਕਲੀ ਗੱਲ ਠੀਕ ਹੈ ਕਿ ਜੇ ਰਾਮ ਜੀ ਦਾ ਜਨਮ ਉੱਥੇ ਹੋਇਆ ਤਾਂ ਹੋਣਾ ਚਾਹੀਦਾ, ਅਤੇ ਸਾਡਾ ਸਥਾਨ ਕਿਉਂ ਨਾ ਸਾਨੂੰ ਮਿਲੇ। ਸੋ ਇਹਦੇ ਵਾਸਤੇ ਅਸੀਂ ਇੱਕ ਮੁਹਿੰਮ ਚਲਾਉਣ ਲੱਗੇ ਹਾਂ। 550 ਸਾਲਾ ਗੁਰੂ ਨਾਨਕ ਪਾਤਸ਼ਾਹ ਦਾ 2019 ਤੋਂ ਆਉਣਾ ਹੈ। ਉਸ ਤੋਂ ਪਹਿਲੇ ਉੱਥੇ ਸਾਨੂੰ ਹਰਿਦੁਆਰ ਹਰ ਕੀ ਪੌੜੀ ਦੇ ਨਾਲ ਸਾਨੂੰ ਆਪਣੀ ਜਗ੍ਹਾ ਲੈਣ ਵਾਸਤੇ ਅਸੀਂ ਦੁਨੀਆ ਭਰ ਦੇ ਗੁਰੂ ਨਾਨਕ ਨਾਮ ਲੇਵਾ ਨੂੰ ਲਾਮਬੰਦ ਕਰਾਂਗੇ। ਪ੍ਰੈਸ਼ਰ ਬਣਾਵਾਂਗੇ ਸਰਕਾਰ 'ਤੇ ਕਿ ਸਾਨੂੰ ਜਗ੍ਹਾ ਦਿੱਤੀ ਜਾਵੇ। ਸਰਕਾਰ ਤੇ ਪ੍ਰੈਸ਼ਰ ਬਣਾਉਣ ਦੀ ਤੁਸੀਂ ਗੱਲ ਕਰ ਰਹੇ ਹੋ, ਭਾਈਵਾਲ ਸਰਕਾਰ ਹੋਣ ਦਾ ਕਿੰਨਾ ਕੁ ਲਾਹਾ ਇਸ ਕਾਰਜ ਦੇ ਵਿੱਚ ਤੁਹਾਨੂੰ ਮਿਲ ਪਾਏਗਾ? ਮੇਰਾ ਖਿਆਲ ਹੈ ਕਿ ਬੀਜੇਪੀ ਸਰਕਾਰ ਜ਼ਰੂਰ ਸਾਨੂੰ ਦੇਗੀ। ਭਾਈਵਾਲ ਸਰਕਾਰ ਨੇ, ਸਰਕਾਰਾਂ ਦੀਆਂ ਕੋਈ ਮਜਬੂਰੀਆਂ ਵੀ ਹੁੰਦੀਆਂ ਨੇ, ਲੇਕਿਨ ਇਸ ਜਗ੍ਹਾ 'ਤੇ ਮਜਬੂਰੀ ਦੀ ਕੋਈ ਗੱਲ ਸਮਝ ਨਹੀਂ ਆ ਰਹੀ ਸਾਨੂੰ। ਨਾਲੇ ਹਲੇ ਅਸੀਂ ਉਹਨਾਂ ਤੱਕ ਗਏ ਨਹੀਂ। ਮੈਂ ਅੱਜ ਉਹਨਾਂ ਬਾਰੇ ਕੋਈ ਕਮੈਂਟ ਕਿੱਦਾਂ ਕਰ ਦੇਵਾਂ? ਮੈਂ ਤਾਂ ਹਲੇ ਸਾਰੀ ਉਹਦੀ ਜਨਮ ਪੱਤਰੀ ਹੈ ਜਿਹੜੀ ਉਸ ਥਾਂ ਦੀ, ਕਿ ਕਿੱਦਾਂ ਕਿਹਦੀ ਥਾਂ ਸੀ, ਕਿੱਦਾਂ ਗਈ, ਅੱਜ ਕੀ ਸਿਚੁਏਸ਼ਨ ਆ। ਅੱਜ ਉੱਥੇ ਸਕਾਊਟ ਐਂਡ ਗਾਈਡ ਦਾ ਆਫਿਸ ਹੈ ਉਸ ਜਗ੍ਹਾ 'ਤੇ। ਸੋ ਪਲੱਸ ਲੋਕਲ ਜਿਹੜੇ ਲੋਕੀ ਉੱਥੇ ਉੱਤਰਾਖੰਡ ਦੇ ਵਿੱਚ, ਜਿਹੜਾ ਪਹਿਲੇ ਯੂਪੀ ਦਾ ਹਿੱਸਾ ਸੀ, ਜਿਹੜੇ ਪਿਛਲੇ 35 ਸਾਲ ਤੋਂ ਲੜ ਰਹੇ, ਉਹ ਸਾਰੀਆਂ ਫਾਈਲਾਂ ਸਮਝ ਰਹੇ ਹਾਂ, ਵਕੀਲਾਂ ਨੂੰ ਮਿਲਦੇ ਪਏ ਹਾਂ। ਸੋ ਇਹ ਸਾਡੇ ਏਜੰਡੇ 'ਤੇ ਆ। ਇਸ ਤੋਂ ਇਲਾਵਾ ਜਗਨਨਾਥਪੁਰੀ, ਜਿੱਥੇ ਗੁਰੂ ਨਾਨਕ ਸਾਹਿਬ ਨੇ ਆਰਤੀ ਪੜ੍ਹੀ ਸੀ ਕਿ 3.5 ਮਹੀਨੇ ਰਹੇ ਸੀਗੇ ਉਹ ਪੁਰੀ 'ਚ ਜਾ ਕੇ, ਜਿਹੜਾ ਭੁਵਨੇਸ਼ਵਰ ਦੇ ਨਾਲ ਪੈਂਦਾ, ਉੱਥੇ ਇੱਕ ਬੌਲੀ ਸਾਹਿਬ ਹੈ ਜਿਹੜੀ ਪ੍ਰਾਪਰਟੀ ਜਗਨਨਾਥ ਟਰਸਟ ਦੀ ਹੈ। ਮੰਦਰ ਵਾਲੇ ਸਿੱਖਾਂ ਨੂੰ ਦੇਣ ਲਈ ਉਹ ਬੌਲੀ ਤਿਆਰ ਹੋ ਗਿਆ। ਉਹਦੀ ਹਿਸਟਰੀ ਹੈ, ਪਾਣੀ ਦੇ ਪੀਣ ਦੀ ਦਿੱਕਤ ਸੀ। ਗੁਰੂ ਨਾਨਕ ਸਾਹਿਬ ਨੇ ਕਿਹਾ ਅੱਜ ਤੋਂ ਇਹਦਾ ਪਾਣੀ ਮਿੱਠਾ ਹੋ ਗਿਆ। ਉਹਦੇ 'ਤੇ ਕਬਜ਼ਾ ਇੱਕ ਮਹੰਤ ਦਾ ਹੈ। ਸਰਕਾਰ ਉਹ ਮਹੰਤ ਨੂੰ ਚੁੱਕਣਾ ਚਾਹੁੰਦੀ ਹੈ। ਮੰਦਰ ਦਾ ਟਰਸਟ ਵੀ ਸਾਨੂੰ ਦੇਣਾ ਚਾਹੁੰਦਾ ਹੈ, ਸਰਕਾਰ ਵੀ ਦੇਣਾ ਚਾਹੁੰਦੀ ਹੈ, ਲੇਕਿਨ ਸਰਕਾਰ ਦੇਖ ਰਹੀ ਹੈ ਕਿ ਕੋਈ ਐਸੇ ਬੰਦਿਆਂ ਨੂੰ ਦਈਏ ਜਿਹੜੇ ਸਿੱਖਾਂ ਦੇ ਰਿਪਰੈਜ਼ੈਂਟੇਟਿਵ ਹੋਣ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਕਮੇਟੀ ਜਿਹੜਾ ਵੀ ਬਣਾਏਗੀ, ਔਰ ਉਹਦੇ 'ਚ ਬਾਦਲ ਸਾਹਿਬ ਨੂੰ ਮੈਂ ਬੇਨਤੀ ਕੀਤੀ ਹੈ ਕਿ ਉਹਨਾਂ ਨੂੰ ਨਵੀਨ ਪਟਨਾਇਕ, ਜਿਹੜਾ ਮੁੱਖ ਮੰਤਰੀ ਉੜੀਸਾ ਦਾ, ਸਾਧ ਸੁਖਬੀਰ ਸਿੰਘ ਬਾਦਲ ਨੂੰ ਚੱਲਣਾ ਪਏਗਾ ਔਰ ਮੈਨੂੰ ਉਮੀਦ ਹੈ ਉਹ ਸਥਾਨ ਵੀ ਸਿੱਖਾਂ ਦੇ ਹਵਾਲੇ ਬਹੁਤ ਛੇਤੀ ਹੋਏਗਾ। ਦਿੱਲੀ ਕਮੇਟੀ ਅਧੀਨ ਧਰਮ ਪ੍ਰਚਾਰਕ ਕਮੇਟੀ ਦੇ ਨਵੇਂ ਚੇਅਰਮੈਨ ਥਾਪੇ ਗਏ ਨੇ ਕੁਲਮੋਹਨ ਸਿੰਘ। ਨਵੀਂ ਕਮੇਟੀ ਤੁਹਾਡੀ ਬਣਨ ਤੋਂ ਬਾਅਦ ਸਭ ਤੋਂ ਪਹਿਲਾਂ ਚਾਰਜ ਹੀ ਇੱਕ ਤਰੀਕੇ ਦਾ ਉਹਨਾਂ ਨੂੰ ਮਿਲਿਆ ਹੈ। ਕੁਲਮੋਹਨ ਸਿੰਘ ਦੀ ਇਹ ਜ਼ਿੰਮੇਵਾਰੀ ਹੁਣ ਬਣ ਗਈ ਹੈ ਜਾਂ ਉਹ ਯੋਗਤਾ ਸੀ ਕਿ ਕੁਲਮੋਹਨ ਸਿੰਘ ਦੇ ਵਿੱਚ ਕਿ ਹਾਂ ਹੁਣ ਨਵੀਂ ਕਮੇਟੀ ਦੇ ਵਿੱਚ ਧਰਮ ਪ੍ਰਚਾਰ ਉਹ ਵਧੀਆ ਤਰੀਕੇ ਦੇ ਨਾਲ ਕਰ ਪਾਉਣਗੇ? ਇਸ ਤਰ੍ਹਾਂ ਕਿ ਸਰ ਪਰਮਜੀਤ ਸਿੰਘ ਰਾਣਾ ਨੇ ਬਹੁਤ ਵਧੀਆ ਧਰਮ ਪ੍ਰਚਾਰ ਚਲਾਇਆ, ਲੇਕਿਨ ਇੱਕੋ ਸਿਆਸੀ ਇਲੈਕਸ਼ਨ 'ਚ ਚਲੇ ਗਏ, ਇਸ ਕਰਕੇ ਉਹ ਆਪ ਅਸਤੀਫਾ ਦੇ ਕੇ ਗਏ ਹੈ। ਸਰ ਕੁਲਮੋਹਨ ਸਿੰਘ ਸਾਡੇ ਤੋਂ ਸਭ ਤੋਂ ਜ਼ਿਆਦਾ ਐਕਸਪੀਰੀਅੰਸਡ ਮੈਂਬਰ ਨੇ। 1900
79 ਤੋਂ ਉਹ ਗੁਰਦੁਆਰਾ ਕਮੇਟੀ ਦੇ ਮੈਂਬਰ ਚਲੇ ਆ ਰਹੇ ਨੇ। ਉਹਨਾਂ ਨੇ ਜਨਰਲ ਸੈਕਟਰੀ ਦਾ ਅਹੁਦਾ ਵੀ ਦੇਖਿਆ, ਹੋਰ ਬੜੇ ਅਹੁਦੇ ਦੇਖੇ ਨੇ। ਧਰਮ ਪ੍ਰਚਾਰ ਦੇ ਵਿੱਚ ਉਹਨਾਂ ਦੀ ਬਹੁਤ ਪਕੜ ਹੈ। ਸੋ ਸਾਨੂੰ ਐਸੀ ਸ਼ਖਸੀਅਤ ਹੀ ਚਾਹੀਦੀ ਸੀ ਜਿਹੜੇ ਧਰਮ ਪ੍ਰਚਾਰ ਨੂੰ ਸਮਝਦੇ ਹੋਣ। ਔਰ ਜਿਵੇਂ ਗੁਰਦੁਆਰਾ ਬੰਗਲਾ ਸਾਹਿਬ 'ਚ ਪਿਛਲੇ 4 ਸਾਲਾਂ 'ਚ ਧਰਮ ਪ੍ਰਚਾਰ ਦਾ ਕੰਮ ਹੋਇਆ, ਉਹ ਮਿਸ਼ਨ ਜਿਹੜਾ ਦਿੱਲੀ ਕਮੇਟੀ ਨੇ ਚਲਾਇਆ ਸੀ, ਰਾਣਾ ਜੀ ਵੱਲੋਂ ਚੱਲਿਆ ਸੀ, ਉਹ ਮਿਸ਼ਨ ਅੱਗੇ ਚੱਲਣਾ ਚਾਹੀਦਾ। ਬਾਲਾ ਪ੍ਰੀਤਮ ਟਰਸਟ ਦਿੱਲੀ ਕਮੇਟੀ ਵੱਲੋਂ ਸਥਾਪਿਤ ਕੀਤਾ ਗਿਆ। ਕਿਹੜੇ ਅਦਾਰੇ ਹੋਣਗੇ ਜੋ ਜਿਸ ਨੂੰ ਇਹ ਕਵਰ ਕਰੇਗਾ ਤੇ ਬੱਚਿਆਂ ਨੂੰ ਲਾਹਾ ਇਸ ਦਾ ਕਦ ਤੱਕ ਮਿਲਣਾ ਸ਼ੁਰੂ ਹੋ ਜਾਏਗਾ? ਬਾਲਾ ਪ੍ਰੀਤਮ ਅਸੀਂ ਐਜੂਕੇਸ਼ਨ ਫੰਡ ਅਸੀਂ ਕ੍ਰੀਏਟ ਕਰਨ ਜਾ ਰਹੇ ਹਾਂ, ਕਿਉਂਕਿ ਅਸੀਂ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਅਸੀਂ ਸਰਕਾਰ ਕੋਲੋਂ 73 ਕਰੋੜ ਰੁਪਏ ਦੀ ਫੀਸਾਂ ਗਰੀਬ ਬੱਚਿਆਂ ਨੂੰ ਲੈ ਕੇ ਦੇ ਦਿੱਤੀਆਂ। ਦਿੱਲੀ ਗੁਰਦੁਆਰਾ ਕਮੇਟੀ ਆਪ ਅੰਮ੍ਰਿਤਧਾਰੀ ਸਕੀਮ ਹੋਵੇ, ਬ੍ਰਦਰ ਸਿਸਟਰ ਕੰਸੈਸ਼ਨ, ਬੜੇ ਕੰਸੈਸ਼ਨ ਦੇ ਸਾਰਿਆਂ ਦੇ ਵਿੱਚ ਕਾਨੂੰਨ ਹੈ ਕਿ ਉਹਦੀ ਅਟੈਂਡੈਂਸ 75% ਹੋਣੀ ਚਾਹੀਦੀ, ਉਹਦਾ ਨੰਬਰ ਘੱਟੋ ਘੱਟ 50% ਹੋਣੇ ਚਾਹੀਦੇ। ਕੁਝ ਬੱਚੇ ਐਸੇ ਨੇ ਜਿਹੜੇ ਇਸ 'ਚ ਨਹੀਂ ਕਵਰ ਹੁੰਦੇ। ਕੁਝ ਬੱਚੇ ਐਸੇ ਨੇ ਜਿਨ੍ਹਾਂ ਦੇ ਮਾਪਿਓ ਕੋਲ ਕੋਈ ਐਡਰੈਸ ਹੀ ਨਹੀਂ ਹੈਗਾ, ਕਿ ਉਹ ਐਡਰੈਸ ਹੋਏਗਾ ਤਾਂ ਲੋ ਇਨਕਮ ਸਰਟੀਫਿਕੇਟ ਬਣੇਗਾ। ਸੋ ਅਸੀਂ ਬਾਲਾ ਪ੍ਰੀਤਮ ਫੰਡ ਕ੍ਰੀਏਟ ਕਰਨ ਜਾ ਰਹੇ ਹਾਂ ਕਿ ਜਿਹੜਾ ਕਿਸੇ ਕੈਟੇਗਰੀ 'ਚ ਨਾ ਕਵਰ ਹੁੰਦਾ ਹੋਵੇ, ਜ਼ਰੂਰਤਮੰਦ ਹੋਵੇ। ਇਹ ਨਹੀਂ ਕਿ ਬਾਹਰ ਗੱਡੀਆਂ ਖੜੀਆਂ ਦੋ ਤੇ ਉਹ ਫੀਸ ਮਾਫ ਕਰਾ ਰਿਹਾ, ਘਰ 'ਚ ਏਸੀ ਲੱਗੇ ਨੇ ਤੇ ਫੀਸ ਮਾਫ ਕਰਾ ਰਿਹਾ। ਜਿਹੜਾ ਵਾਕਈ ਜ਼ਰੂਰਤਮੰਦ ਹੈ ਉਹਦੇ ਵਾਸਤੇ ਕਰਨ ਜਾ ਰਹੇ ਹਾਂ, ਔਰ ਇਹਦਾ ਬਹੁਤ ਵੱਡੇ ਤਰੀਕੇ 'ਤੇ ਅਸੀਂ ਉਸ ਨੂੰ ਪਲਾਨ ਆਊਟ ਕੀਤਾ। ਔਰ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਕਿ ਬੱਚਾ ਕਿਸੇ ਨੇ ਇੱਕ ਅਡਾਪਟ ਕਰਨਾ ਸਾਲ ਦਾ, ਅੱਧੇ ਬੱਚੇ ਦੀ ਫੀਸ ਦੇਣਾ ਚਾਹੁੰਦੇ ਨੇ, 10 ਬੱਚੇ ਅਡਾਪਟ ਕਰਨਾ ਚਾਹੁੰਦੇ ਨੇ। ਅਸੀਂ ਗਲੀ ਗਲੀ ਨਿਕਲ ਕੇ, ਕਿਉਂਕਿ ਜਦ ਤੱਕ ਸਾਡੀ ਕੌਮ ਐਜੂਕੇਸ਼ਨ ਨੂੰ ਆਪਣਾ ਏਜੰਡੇ 'ਤੇ ਨਹੀਂ ਲਏਗੀ, ਮਿਨੋਰਟੀ ਸਰਵਾਈਵ ਨਹੀਂ ਕਰ ਸਕਦੀ। ਜਿੱਦਾਂ ਗੁਰੂ ਸ਼ਬਦ ਜ਼ਰੂਰੀ ਹੈ, ਜਿਵੇਂ ਇਤਿਹਾਸ ਜ਼ਰੂਰੀ ਹੈ। ਅੱਜ ਲਾਲ ਕਿਲ੍ਹਾ, ਕੁਤਬ ਮੀਨਾਰ ਦਾ ਇਤਿਹਾਸ ਤੁਹਾਡੇ ਸਾਹਮਣੇ ਆਇਆ। ਇਸੇ ਤਰੀਕੇ ਨਾਲ ਐਜੂਕੇਸ਼ਨ ਬੜੀ ਜ਼ਰੂਰੀ ਹੈ ਕਿ ਜੇ ਦਸਤਾਰ ਸਜਾਈ ਹੈ, ਵਿਲੱਖਣ ਸਰੂਪ ਹੈ, ਤੇ ਜੇ ਸਾਡਾ ਬੱਚਾ ਧਰਮ ਦਾ ਕਿਸੇ ਜਗ੍ਹਾ 'ਤੇ ਜਾਵੇ, ਉਹ ਜਾ ਕੇ ਇਹ ਦੱਸੇ ਕਿ ਇਹ ਕਿੰਨੀ ਕੁ ਐਜੂਕੇਸ਼ਨ ਇਹ ਰੱਖਦਾ। ਦੂਜੀ ਗੱਲ, ਗੁਰੂ ਨਾਨਕ ਪਾਤਸ਼ਾਹ ਨੇ ਨਾਮ ਜਪੋ, ਵੰਡ ਛਕੋ, ਕਿਰਤ ਕਰਨ ਦੀ ਗੱਲ ਕੀਤੀ ਹੈ। ਮੈਂ ਸਮਝਦਾ ਵਾਂ ਕਿ ਸਿੱਖ ਜਿਹੜਾ ਹੈ, ਦੁਨੀਆ ਕਹਿੰਦੀ ਕਿ ਅਸੀਂ ਸਾਰੇ ਧਰਮਾਂ ਦੇ ਲੋਕ ਮੰਗਦੇ ਦੇਖਦੇ ਹਾਂ, ਪਰ ਸਿੱਖਾਂ ਨੂੰ ਕਦੀ ਮੰਗਤਾ ਨਹੀਂ ਦੇਖਿਆ। ਮੈਂ ਸਮਝਦਾ ਸਿੱਖ 'ਚ ਇੱਕ ਅਹਿਮ ਗੁਰੂ ਨੇ ਦਿੱਤਾ ਹੈ। ਉਹ ਅਹਿਮ ਤਾਂ ਹੀ ਪੂਰਾ ਹੁੰਦਾ ਹੈ ਕਿ ਜੇ ਉਹ ਆਪਣੀ ਰੋਜ਼ੀ ਰੋਟੀ ਕਮਾਉਣ ਦੀ ਐਜੂਕੇਸ਼ਨ ਆਪਣੇ ਜੀਵਨ 'ਚ ਲੈ ਲਵੇ। ਸੋ ਇਹ ਚੀਜ਼ਾਂ ਨੂੰ ਸੋਚ ਕੇ ਅਸੀਂ ਇਹ ਸਕੀਮ ਬਣਾਈ ਹੈ। ਖਾਲਸਾ ਸਾਜਨਾ ਦਿਵਸ ਮੌਕੇ ਇੱਥੋਂ ਦਿੱਲੀ ਤੋਂ ਜਥੇ ਗਏ ਸੀ ਦਿੱਲੀ ਕਮੇਟੀ ਦੀ ਅਗਵਾਈ ਦੇ ਵਿੱਚ, ਤੇ ਤੁਹਾਡੇ ਵੱਲੋਂ ਕਿਹਾ ਗਿਆ ਸੀ ਕਿ 150 ਤੋਂ ਵੱਧ ਉੱਥੇ ਸਿੱਖਾਂ ਨੂੰ ਅੰਮ੍ਰਿਤਪਾਨ ਕਰਾਇਆ ਜਾਏਗਾ। ਕਿੰਨੇ ਕੁ ਸਿੱਖਾਂ ਨੇ ਉੱਥੇ ਅੰਮ੍ਰਿਤਪਾਨ ਕੀਤਾ ਤੇ ਕੀ ਕਾਰਗੁਜ਼ਾਰੀ ਰਹੀ ਦਿੱਲੀ ਕਮੇਟੀ ਦੀ ਪਾਕਿਸਤਾਨ ਦੇ ਵਿੱਚ? ਅਸੀਂ ਹਮੇਸ਼ਾ ਜਦੋਂ ਸਾਡਾ ਜਥਾ ਜਾਂਦਾ ਹੈ, ਪੂਰੀ ਤਿਆਰੀ ਕਰਕੇ 5 ਪਿਆਰੇ ਨਾਲ ਜਾਂਦੇ ਨੇ, ਔਰ ਉੱਥੇ ਜਿੰਨੇ ਵੀ ਪ੍ਰਾਣੀ ਅੰਮ੍ਰਿਤ ਛਕਣਾ ਚਾਹੁੰਦੇ ਨੇ ਉਹਨੂੰ ਛਕਾਉਂਦੇ ਨੇ। ਔਰ ਇਸ ਵਾਰੀ ਵੀ 150 ਦੇ ਕਰੀਬ ਪ੍ਰਾਣੀਆਂ ਨੇ ਅੰਮ੍ਰਿਤ ਛਕਿਆ। ਦੂਜੀ ਗੱਲ, ਅਸੀਂ ਇਹ ਵੀ ਐਲਾਨ ਕੀਤਾ ਕਿ 550 ਸਾਲਾ 2019 ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਆ ਰਿਹਾ, ਜਿੰਨੇ ਜਥੇ ਦਿੱਲੀ ਗੁਰਦੁਆਰਾ ਕਮੇਟੀ ਭੇਜੇਗੀ ਉਹ ਅਸੀਂ ਫ੍ਰੀ ਭੇਜਾਂਗੇ, ਉਹਨਾਂ ਤੋਂ ਕੀਮਤ ਨਹੀਂ ਲਈ ਜਾਏਗੀ। ਔਰ ਬਹੁਤ ਜਲਦੀ ਅਸੀਂ ਜਿਹੜੀ ਬੱਸਾਂ ਦੀ ਸਕੀਮ ਦਰਬਾਰ ਸਾਹਿਬ ਦੀ ਚਲਾਉਣੀ ਸੀ, ਅਸੀਂ ਉਸ ਨੂੰ ਵੀ ਚਲਾਉਣ ਜਾ ਰਹੇ ਹਾਂ। ਸਾਡੇ ਕੋਲ ਇੱਕ ਬੱਸ ਆ ਗਈ ਹੈ, 2 ਬੱਸਾਂ ਹੋਰ ਆਉਣ ਵਾਲੀਆਂ ਨੇ। ਉਹਦੇ ਵਿੱਚ ਵੀ ਸੰਗਤਾਂ ਨੂੰ ਬਹੁਤ ਸਹੂਲਤ ਜਿਹੜੀ ਹੈ ਹੋਏਗੀ ਗੁਰੂ ਸਥਾਨਾਂ ਦੇ ਦਰਸ਼ਨ ਕਰਨ ਵਾਸਤੇ। ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ ਕਿ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਪਿਛਲੇ 15 ਦਿਨਾਂ ਦੇ ਵਿੱਚ ਜਦ ਤੋਂ ਦਿੱਲੀ ਕਮੇਟੀ ਬਣੀ ਹੈ ਤਦ ਤੋਂ ਲੈ ਕੇ ਹੁਣ ਤੱਕ ਕਿਹੜੇ ਅਜਿਹੇ ਕਾਰਜ ਸੀ ਜੋ ਦਿੱਲੀ ਕਮੇਟੀ ਵੱਲੋਂ ਕੀਤੇ ਗਏ ਨੇ ਅਤੇ ਸੰਗਤਾਂ ਨੂੰ ਇਹਨਾਂ ਕਾਰਜਾਂ ਦਾ ਕਿਸ ਤਰੀਕੇ ਦੇ ਨਾਲ ਲਾਹਾ ਮਿਲ ਸਕ ਰਿਹਾ ਹੈ। ਤੇ ਤੁਹਾਨੂੰ ਦੱਸ ਦਈਏ ਕਿ ਇੱਕ ਅਜਿਹੀ ਥਾਂ ਵੀ ਹੈ, ਇੱਕ ਅਜਿਹਾ ਕਮਰਸ਼ੀਅਲ ਪਲਾਟ ਵੀ ਹੈ ਜੋ ਦਿੱਲੀ ਕਮੇਟੀ ਦੇ ਕੋਲ ਸੀਗਾ, ਜਿਸ ਨੂੰ ਇੱਕ ਲੰਬੀ ਜਦੋਜਹਿਦ ਤੋਂ ਬਾਅਦ ਦਿੱਲੀ ਕਮੇਟੀ ਨੇ ਹਾਸਲ ਕਰ ਲਿਆ ਹੈ। ਇਸ ਦੀ ਵੀ ਪੂਰੀ ਜਾਣਕਾਰੀ ਦੇਵਾਂਗੇ। ਇੱਥੇ ਸਮਾਂ ਚੱਲੇ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਮੁੜ ਹਾਜ਼ਰ ਹੁੰਦੇ ਹਾਂ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਾਨੂੰਨੀ ਮੋਰਚੇ ਤੇ ਵੱਡੀ ਕਾਮਯਾਬੀ ਹਾਸਲ ਹੋਈ ਹੈ। ਦੱਖਣੀ ਦਿੱਲੀ ਦੇ ਸਰਾਏ ਜੁਲੇਨਾ ਪਿੰਡ ਵਿਖੇ ਗੁਰਦੁਆਰਾ ਦਮਦਮਾ ਸਾਹਿਬ ਦੀ ਮਲਕੀਅਤ ਵਾਲੇ 225 ਗਜ ਦੇ ਪਲਾਟ ਤੇ ਕਮੇਟੀ ਨੇ 65 ਸਾਲ ਬਾਅਦ ਆਪਣਾ ਕਬਜ਼ਾ ਹਾਸਲ ਕੀਤਾ ਹੈ। ਤੁਹਾਨੂੰ ਦੱਸ ਦਈਏ, ਸਾਲ 1950-52 ਦੌਰਾਨ ਕਮੇਟੀ ਦੇ ਸਾਬਕਾ ਪ੍ਰਧਾਨ ਦਾਨ ਸਿੰਘ ਤੇ ਸਕੱਤਰ ਰਤਨ ਸਿੰਘ ਵੱਲੋਂ ਗਿਆਨੀ ਰਾਮ ਸਿੰਘ ਨੂੰ ਇਹ ਪਲਾਟ 99 ਸਾਲ ਦੇ ਪੱਟੇ ਤੇ ਰਿਹਾਇਸ਼ ਵਾਸਤੇ ਦਿੱਤਾ ਗਿਆ ਸੀ। ਪਰ ਰਾਮ ਸਿੰਘ ਨੇ ਆਪਣੀ ਮੌਤ ਤੋਂ ਪਹਿਲਾਂ ਇਹ ਪਲਾਟ ਆਪਣੀ ਪਤਨੀ ਤੇਜ ਕੌਰ ਦੇ ਨਾਂ ਤੇ ਕਰ ਦਿੱਤਾ ਸੀ। ਤੇਜ ਕੌਰ ਨੇ ਫਰਜ਼ੀ ਕਾਗਜ਼ਾਂ ਰਾਹੀਂ ਉਸ ਪਲਾਟ ਦਾ ਕਬਜ਼ਾ ਕਈ ਹੋਰ ਲੋਕਾਂ ਦੇ ਨਾਂ ਤੇ ਕਰ ਦਿੱਤਾ ਸੀ। ਅਦਾਲਤ ਦੇ ਆਦੇਸ਼ ਤੇ ਹੁਣ ਪਲਾਟ ਦਾ ਕਬਜ਼ਾ ਕਮੇਟੀ ਵੱਲੋਂ ਪ੍ਰਾਪਤ ਕਰ ਲਿਆ ਗਿਆ ਹੈ। ਇਸ ਕਮਰਸ਼ੀਅਲ ਪਲਾਟ ਦੀ ਕੀਮਤ ਕਰੀਬ 15 ਕਰੋੜ ਦੱਸੀ ਜਾ ਰਹੀ ਹੈ, ਜਿਸ ਤੇ ਕਮੇਟੀ ਕੋਈ ਵਿਦਿਅਕ ਅਦਾਰਾ ਖੋਲ ਸਕਦੀ ਹੈ। ਹਾਲਾਂਕਿ ਕਬਜ਼ਾਧਾਰੀਆਂ ਵੱਲੋਂ ਛਿਟਪੁਟ ਵਿਰੋਧ ਹੋਇਆ, ਪਰ ਪਲਾਟ ਮੁੜ ਕਮੇਟੀ ਨੂੰ ਮਿਲ ਗਿਆ, ਜਿਸ ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਰਾਹਤ ਦਾ ਸਾਹ ਲਿਆ।
ਚਾਦਰ ਵੀ ਕਿਹਾ ਜਾਂਦਾ ਹੈ। ਆਪ ਜੀ ਦੇ 116 ਸ਼ਬਦ 15 ਰਾਗਾਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ। ਨੌਵੀਂ ਗੁਰੂ ਨਾਨਕ ਜੋਤ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਇਸ ਸੰਸਾਰ ਦੇ ਵਿੱਚ ਪ੍ਰਕਾਸ਼ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਉੱਤੇ ਹੋਇਆ ਸੀ। ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਦੇ ਵਿਚਕਾਰ ਅਗਰ ਅਸੀਂ ਝਾਤੀ ਮਾਰੀਏ, ਉਹਨਾਂ ਦੇ ਇਤਿਹਾਸ ਨੂੰ ਜਾਣਨ ਦੀ ਕੋਸ਼ਿਸ਼ ਕਰੀਏ, ਤੇ ਸਾਨੂੰ ਇਹ ਨਜ਼ਰ ਆਉਂਦਾ ਹੈ ਕਿ ਤਿਆਗ ਤੇ ਤੇਗ ਦੀ ਜੋ ਮੂਰਤ ਗੁਰੂ ਤੇਗ ਬਹਾਦਰ ਸਾਹਿਬ ਬਣ ਕੇ ਸਾਡੇ ਸਾਹਮਣੇ ਆਉਂਦੇ ਨੇ, ਇਹ ਇੱਕ ਬੜੀ ਵੱਡਾ ਸਿਧਾਂਤ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਨਾਲ ਜੁੜਿਆ ਹੈ। ਇੱਕ ਪਾਸੇ ਤਿਆਗ ਦੀ ਮੂਰਤ ਔਰ ਦੂਸਰੇ ਪਾਸੇ ਤੇਗ ਦੀ ਮੂਰਤ, ਇਹ ਦੋਨੋਂ ਚੀਜ਼ਾਂ ਹੀ ਉਹਨਾਂ ਨੇ ਜੀਵਨ ਦੇ ਵਿਚਕਾਰ ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਿਧਾਂਤ ਰੱਖਿਆ ਸੀ, ਉਹ ਗੁਰੂ ਕਲਗੀਧਰ ਪਾਤਸ਼ਾਹ ਨੇ ਜਿਸ ਖਾਲਸੇ ਦੀ ਸੰਪੂਰਨਤਾ ਕੀਤੀ ਸੀ, ਉੱਥੇ ਗੁਰੂ ਤੇਗ ਬਹਾਦਰ ਸਾਹਿਬ ਦਾ ਜੀਵਨ ਇੱਕ ਐਡੀ ਮਹਾਨ ਕੜੀ ਹੈ ਜਿਹੜਾ ਕਿ ਸਿੱਖ ਇਤਿਹਾਸ ਨੂੰ ਭਵਿੱਖ ਔਰ ਭੂਤ ਦੇ ਨਾਲ ਜੋੜ ਕੇ ਅੱਗੇ ਵਧਾਉਂਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਦੇ ਜੋ ਤਿਆਗ ਹੈ, ਉਹ ਦੁਨੀਆ ਦੇ ਇਤਿਹਾਸ ਵਿੱਚ ਐਸਾ ਕੋਈ ਤੁਹਾਨੂੰ ਮਿਲਦਾ ਨਹੀਂ, ਉਹਦੀ ਮਿਸਾਲ ਨਹੀਂ ਮਿਲਦੀ। ਔਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਪਹਿਲਾਂ ਉਹਨਾਂ ਦੇ 3 ਸਿੰਘ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਨੂੰ ਸ਼ਹੀਦ ਕੀਤਾ ਜਾ ਰਿਹਾ, ਔਰ ਉਹ ਇਹ ਕਹਿ ਰਹੇ ਨੇ ਕਿ ਸਾਡਾ ਮੂੰਹ ਆਖਰੀ ਇੱਛਾ ਕਿ ਸਾਡਾ ਮੂੰਹ ਗੁਰੂ ਵੱਲ ਹੋਵੇ। ਔਰ ਗੁਰੂ ਤੇਗ ਬਹਾਦਰ ਸਾਹਿਬ ਕੋਈ ਚਮਤਕਾਰ ਨਾ ਦਿਖਾਉਂਦਿਆਂ ਹੋਇਆਂ ਸੰਸਾਰ ਦੇ ਵਿੱਚੋਂ ਇੱਕ ਗੱਲ ਸਾਬਤ ਕਰ ਦਿੰਦੇ ਨੇ ਕਿ ਜ਼ੁਲਮ ਔਰ ਦੂਸਰੇ ਪਾਸੇ ਪਿਆਰ ਔਰ ਇਨਸਾਫ ਔਰ ਤਿਆਗ ਦੇਣ ਵਾਲੇ ਜਿਹੜੇ ਲੋਕ ਨੇ, ਦੂਸਰਿਆਂ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਜਿਹੜੇ ਲੋਕ ਨੇ, ਇਤਿਹਾਸ ਵਿੱਚ ਹਮੇਸ਼ਾ ਦੋਨੋਂ ਯਾਦ ਕੀਤੇ ਜਾਂਦੇ ਨੇ, ਲੇਕਿਨ ਦੋਨਾਂ ਦੀ ਯਾਦਗਾਰ ਵੱਖਰੇ ਤਰੀਕੇ ਦੀ ਹੈ। ਇੱਕ ਪਾਸੇ ਔਰੰਗਾਬਾਦ ਦੇ ਵਿੱਚ ਔਰੰਗਜ਼ੇਬ ਦੀ ਮਜ਼ਾਰ ਔਰ ਦੂਸਰੇ ਪਾਸੇ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਵਿੱਚ ਗੁਰਦੁਆਰਾ ਸੀਸਗੰਜ ਸਾਹਿਬ, ਗੁਰਦੁਆਰਾ ਕਾਬਗੰਜ ਸਾਹਿਬ ਔਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਸੀਸਗੰਜ ਸਾਹਿਬ ਯੁਗਾਂ ਯੁਗਾਂ ਤੱਕ ਜ਼ੁਲਮ ਔਰ ਤਿਆਗ ਦੇ ਇਤਿਹਾਸ ਨੂੰ ਉਜਾਗਰ ਕਰਦਾ ਰਹੇਗਾ। ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਪੁਰਬ ਤੇ ਅਸੀਂ ਸੰਗਤਾਂ ਨੂੰ ਲੱਖ ਲੱਖ ਵਧਾਈ ਭੇਟ ਕਰਦੇ ਹਾਂ। सतगुर मेरा सदा दयाला मोहे दीन को राख लिया। ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਅਪ੍ਰੈਲ 1563 ਈਸਵੀ ਨੂੰ ਗੋਇੰਦਵਾਲ ਸਾਹਿਬ ਪਿਤਾ ਗੁਰੂ ਰਾਮਦਾਸ ਜੀ ਅਤੇ ਮਾਤਾ ਭਾਨੀ ਜੀ ਦੇ ਘਰ ਹੋਇਆ। मेरा सदा दयाला। ਆਪ ਜੀ ਦੀ ਪਤਨੀ ਦਾ ਨਾਂ ਮਾਤਾ ਗੰਗਾ ਦੇਵੀ ਸੀ। ਆਪ ਦੇ ਸੁਪੁੱਤਰ ਦਾ ਨਾਂ ਗੁਰੂ ਹਰਗੋਬਿੰਦ ਸਾਹਿਬ ਜੀ ਸੀ। 1588 ਈਸਵੀ ਵਿੱਚ ਹਰਮੰਦਰ ਸਾਹਿਬ ਦੀ ਨੀਂਹ ਸਾਈਂ ਮੀਆਂ ਮੀਰ ਜੀ ਪਾਸੋਂ ਰਖਵਾ ਕੇ ਸਰਬ ਸਾਂਝੀ ਵਾਲਤਾ ਦਾ ਤੁਸੀਂ ਸੁਨੇਹਾ ਦਿੱਤਾ। 1590 ਈਸਵੀ ਵਿੱਚ ਸ਼੍ਰੀ ਤਰਨਤਾਰਨ ਸ਼ਹਿਰ ਵਸਾਇਆ। 1604 ਈਸਵੀ ਵਿੱਚ ਆਪ ਜੀ ਨੇ ਗੁਰਬਾਣੀ ਵਿੱਚ ਹੁੰਦੇ ਜਾ ਰਹੇ ਰਲਾਅ ਤੋਂ ਬਚਣ ਲਈ ਸ਼੍ਰੀ ਆਦ ਬੀੜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਪ ਜੀ ਦੇ ਸਭ ਤੋਂ ਵੱਧ 2312 ਸ਼ਬਦ 30 ਰਾਗਾਂ ਵਿੱਚ ਦਰਜ ਨੇ। ਆਪ ਜੀ ਨੂੰ ਸਿੱਖੀ ਸਿਧਾਂਤਾਂ ਦੀ ਰਾਖੀ ਲਈ ਸ਼ਹੀਦੀ ਦੇਣ ਕਰਕੇ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਹੈ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਨੂੰ ਸਿੱਖਾਂ ਦੇ ਧਰਮ ਦੇ ਵਿੱਚ ਜਿਹੜੀ ਬੁਨਿਆਦਿਕ ਤੌਰ ਦੇ ਉੱਤੇ ਧਾਰਮਿਕ ਜਿਹੜੀਆਂ ਲੋੜਾਂ ਨੇ, ਇੱਕ ਧਰਮ ਨੂੰ ਸੰਪੂਰਨ ਹੋਣ ਵਿੱਚ ਕਿਹੜੀ ਕਿਹੜੀ ਚੀਜ਼ਾਂ ਦੀ ਲੋੜ ਪੈਂਦੀ ਹੈ, ਇੱਕ ਉਹਦਾ ਧਾਰਮਿਕ ਸਥਾਨ, ਇੱਕ ਉਹਦਾ ਧਾਰਮਿਕ ਗ੍ਰੰਥ। ਇਹ ਦੋਨੋਂ ਚੀਜ਼ਾਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਵੇਲੇ ਦੇ ਸਮੇਂ ਨੂੰ ਪਹਿਚਾਣਦਿਆਂ ਹੋਇਆਂ, ਧਰਮ ਦੀ ਲੋੜ ਨੂੰ ਸਮਝਦਿਆਂ ਹੋਇਆਂ, ਇਹ ਦੋਨੋਂ ਚੀਜ਼ਾਂ ਖਾਲਸਾ ਪੰਥ ਦੀ ਝੋਲੀ ਵਿੱਚ ਪਾਈਆਂ ਨੇ। ਇੱਕ ਪਾਸੇ 15 ਭਗਤਾਂ ਦੀ ਬਾਣੀ, 5 ਗੁਰੂ ਸਾਹਿਬਾਨ ਦੀ ਬਾਣੀ ਔਰ ਉਸ ਤੋਂ ਬਾਅਦ 11 ਭੱਟਾਂ ਦੀ ਬਾਣੀ, 4 ਗੁਰੂ ਕੇ ਸਿੱਖਾਂ ਦੀ ਬਾਣੀ ਨੂੰ ਇਕੱਤਰਿਤ ਕਰਕੇ 35 ਉਹਨਾਂ ਮਹਾਂਪੁਰਖਾਂ ਦੀ ਬਾਣੀ ਨੂੰ ਇਕੱਤਰਿਤ ਕਰਕੇ ਆਦਿ ਗ੍ਰੰਥ ਸਾਹਿਬ ਦੀ ਜੋ ਸੰਪਾਦਨਾ ਕੀਤੀ, ਉਹ ਇੱਕ ਐਸਾ ਸੁਨੇਹਾ ਸੀ ਜਿਹੜਾ ਸੁਨੇਹਾ ਸਾਨੂੰ ਮਾਨਵਤਾ ਨੂੰ ਦੇ ਰਿਹਾ ਸੀ ਕਿ ਧਰਮ, ਜਾਤ, ਰੰਗ, ਸਾਰੀਆਂ ਚੀਜ਼ਾਂ ਜਿਹੜੀਆਂ ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਸੀ ਕਿ ਰੱਬ ਇੱਕ ਹੈ, ਉਸ ਰੱਬ ਇੱਕ ਦੀ ਗੱਲ ਨੂੰ ਗੁਰੂ ਗ੍ਰੰਥ ਸਾਹਿਬ ਦੀ ਸ਼ੁਰੂਆਤੀ ਤੌਰ ਤੇ ਇੱਕ ਓਂਕਾਰ ਨਾਲ ਕਰਕੇ ਉਹਨਾਂ ਪੂਰੀ ਮਨੁੱਖਤਾ ਨੂੰ ਐਸਾ ਗ੍ਰੰਥ ਦੇ ਦਿੱਤਾ ਜਿਸ ਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ 10ਵੇਂ ਜਾਮੇ ਵਿੱਚ ਜਾ ਕੇ
ਗੁਰੂ ਦੀ ਪਦਵੀ ਦੇ ਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨੂੰ ਦਰਜ ਕਰਕੇ ਉਹਦੀ ਸੰਪੂਰਨਤਾ ਕਰਕੇ ਮਨੁੱਖਤਾ ਨੂੰ ਇੱਕ ਐਸਾ ਗ੍ਰੰਥ ਦਿੱਤਾ ਜਿਸ ਗ੍ਰੰਥ ਦੇ ਵਿਚਕਾਰ ਜਾਤ ਧਰਮ ਰੰਗ ਤੋਂ ਉੱਪਰ ਉੱਠ ਕੇ ਮਨੁੱਖਤਾ ਨੂੰ ਇੱਕ ਦਾ ਸੰਦੇਸ਼ ਦਿੱਤਾ ਗਿਆ ਹੈ। ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਾਲ ਉਹਨਾਂ ਨੇ ਹਰਿਮੰਦਰ ਦੀ ਸਥਾਪਨਾ ਕਰਕੇ ਹਰਿਮੰਦਰ ਇੱਕ ਐਸਾ ਸਥਾਨ ਬਣਾਤਾ ਜਿੱਥੇ 4 ਦਰਵਾਜ਼ੇ ਹੁੰਦਿਆਂ ਹੋਇਆਂ ਵੀ ਪੂਰੀ ਮਨੁੱਖਤਾ ਉੱਥੇ ਜਾ ਸਕਦੀ ਹੈ। ਦਰਬਾਰ ਸਾਹਿਬ ਦੇ ਕਦੀ ਦਰਸ਼ਨ ਕਰਕੇ ਦੇਖੀਏ ਕਿ ਪੂਰਾ ਸ਼ਹਿਰ ਉੱਚਾ ਹੈ, ਲੇਕਿਨ ਜਦੋਂ ਦਰਬਾਰ ਸਾਹਿਬ ਜਾਣਾ ਹੈ ਤੇ ਸੀੜੀਆਂ ਉਤਰ ਕੇ ਨਮਰਤਾ ਨਾਲ ਥੱਲੇ ਉਤਰਨਾ ਪੈਂਦਾ ਹੈ। ਇਹ ਮਨੁੱਖ ਨੂੰ ਸਿਧਾਂਤਕ ਰੂਪ ਵਿੱਚ ਸੇਧ ਦੇ ਰਹੀ ਹੈ ਕਿ ਤੁਸੀਂ ਜਦੋਂ ਵੀ ਰੱਬ ਦੇ ਘਰ ਵੱਲ ਜਾਣਾ ਹੈ ਉਦੋਂ ਨਮਰਤਾ ਨਾਲ ਜਾਣਾ ਹੈ। ਇਹ ਪੂਰੀ ਰੂਪ ਰੇਖਾ ਨੂੰ ਅਗਰ ਦੇਖੀਏ ਤਾਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਇਨਸਾਨ ਦੇ ਲਈ ਇੱਕ ਐਸਾ ਸੰਦੇਸ਼ ਦਿੱਤਾ ਹੈ ਕਿ ਤੈਨੂੰ ਰੱਬ ਦੀ ਪ੍ਰਾਪਤੀ ਵਾਸਤੇ, ਰੱਬ ਦੀ ਜਾਤ ਵਾਸਤੇ, ਕਿਉਂਕਿ ਸਿੱਖੀ ਵਿਚਕਾਰ ਜਿਹੜਾ ਹੈ ਜੀਵਤ ਮੁਕਤ ਦਾ ਸਿਧਾਂਤ ਹੈ ਕਿ ਤੁਸੀਂ ਜਿਉਂਦਿਆਂ ਜਾਗਦਿਆਂ ਹੀ ਮੁਕਤ ਹੋ ਸਕਦੇ ਹੋ ਜੇ ਪ੍ਰਮਾਤਮਾ ਦੇ ਨਾਮ ਨਾਲ ਜੁੜ ਜਾਓ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਇਹਨਾਂ ਸਿਧਾਂਤਾਂ ਨੂੰ ਦੇਖ ਕੇ ਪੂਰੀ ਮਨੁੱਖਤਾ ਨੂੰ, ਕੇਵਲ ਸਿੱਖਾਂ ਨੂੰ ਨਹੀਂ, ਪੂਰੀ ਮਨੁੱਖਤਾ ਨੂੰ ਇੱਕ ਐਸੀ ਸੇਧ ਦੇ ਦਿੱਤੀ ਜਿਹੜੀ ਆਉਣ ਵਾਲੇ ਸਮੇਂ ਤੇ ਯੁਗਾਂ ਯੁਗਾਂ ਤੱਕ ਸਾਨੂੰ ਇਹ ਪ੍ਰਕਾਸ਼ ਤੇ ਗਿਆਨ ਦੀ ਰੋਸ਼ਨੀ ਦਿੰਦੀ ਰਹੇਗੀ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ।